क्लास 12वीं ਦਾ ਅੱਜ ਹੈਗਾ ਵਾ এনवायरमेंट ਐਜੂਕੇਸ਼ਨ ਦਾ ਪੇਪਰ ਯਾਨੀ ਕਿ ਵਾਤਾਵਰਣ ਸਿੱਖਿਆ ਦਾ ਪੇਪਰ ਜਿਸ ਨੂੰ ਆਪਾਂ EVS ਕਹਿੰਦੇ ਆ। ਤਾਂ ਸਾਡੇ ਕੋਲ ਇੱਕ ਇਹ ਕੁਐਸਚਨ ਪੇਪਰ ਪਹੁੰਚਿਆ ਵਾ, ਅਸੀਂ ਸੋਲਵ ਕਰ ਲਿਆ ਵਾ ਤੇ ਹੁਣ ਤੁਹਾਡੀ ਚੰਗੀ ਤਰ੍ਹਾਂ ਜਿਹੜੇ ਹੈਗੇ ਤਿਆਰੀ ਕਰਾ ਦਿੰਦੇ ਆ। ਤਾਂ ਦੇਖ ਲਓ 45 ਨੰਬਰ ਦਾ ਪੇਪਰ ਆਏਗਾ, 2 ਘੰਟੇ ਦਾ ਸਮਾਂ ਮਿਲੇਗਾ। ਤਾਂ ਦੇਖ ਲੈਂਦੇ ਆ। ਸਭ ਤੋਂ ਪਹਿਲਾਂ ਨਾ ਤੁਹਾਨੂੰ ਬਹੁ ਵਿਕਲਪੀ ਪ੍ਰਸ਼ਨ ਪੁੱਛਣਗੇ। ਤਾਂ ਪਹਿਲਾ ਪ੍ਰਸ਼ਨ ਹੈ 1972 ਵਿੱਚ ਸੰਯੁਕਤ ਰਾਸ਼ਟਰ ਦੀ ਸਰਪ੍ਰਸਤੀ ਹੇਠ ਵਾਤਾਵਰਣ ਸੰਬੰਧੀ ਪਹਿਲੀ ਕਾਨਫਰੰਸ ਕਿੱਥੇ ਹੋਈ ਸੀ? ਤਾਂ ਇਹਦਾ ਆਨਸਰ ਆਏਗਾ ਸਟਾਕਹੋਮ ਦੇ ਵਿੱਚ। ਅਗਲਾ ਪ੍ਰਸ਼ਨ ਦੂਸਰਾ, ਜੰਗਲੀ ਜਾਨਵਰਾਂ ਦੇ ਨਸ਼ਟ ਹੋਣ ਦੇ ਕੀ ਕਾਰਨ ਹਨ? ਉਪਰੋਕਤ ਸਾਰੇ ਯਾਨੀ ਕਿ ਖੇਤੀਬਾੜੀ ਵੀ, ਉਦਯੋਗੀਕਰਨ ਵੀ, ਨਵੀਆਂ ਇਮਾਰਤਾਂ ਦੀ ਉਸਾਰੀ ਵੀ। ਅੱਗੇ ਵਾਤਾਵਰਣ ਪ੍ਰਬੰਧਨ ਕੀ ਹੈ? ਤਾਂ ਦੋਸਤੋ ਵਾਤਾਵਰਣ ਦੇ ਨਾਲ ਮਨੁੱਖਾਂ ਦੇ ਸੰਬੰਧ ਦਾ ਪ੍ਰਬੰਧ ਹੁੰਦਾ ਹੈ। ਅੱਗੇ ਹੈ ਆਪਣਾ ਪ੍ਰਸ਼ਨ ਕੀ ਹੈ, ਲਾਈਕੇਨ ਕਿਸ ਪ੍ਰਕਾਰ ਦੇ ਵਾਤਾਵਰਣੀ ਸੂਚਕ ਹਨ? ਤਾਂ ਥੋੜ੍ਹਾ ਜਿਹਾ ਇਹਦੇ ਵਿੱਚ ਕਨਫਿਊਜ਼ਨ ਸੀ ਕਿਉਂਕਿ ਇਹ ਹਵਾ ਦੇ ਸੂਚਕ ਹੁੰਦੇ ਹਨ ਲਾਈਕੇਨ, ਇਹ ਤਾਂ ਤੁਹਾਨੂੰ ਪਤਾ ਹੀ ਆ। ਬਟ ਦੋਸਤੋ ਇਹਦੇ ਵਿੱਚ ਹਵਾ ਦਾ ਕਿਤੇ ਵੀ ਨਹੀਂ ਲਿਖਿਆ ਹੋਇਆ ਵਾ। ਜਾਂ ਤਾਂ ਦੋਸਤੋ ਇਹਦਾ ਆਨਸਰ ਹੋਏਗਾ ਉਪਰੋਕਤ ਵਿੱਚ ਕੋਈ ਨਹੀਂ, ਜਾਂ ਫਿਰ ਦੋਸਤੋ ਜੈਵਿਕ ਹੋ ਸਕਦਾ ਵਾ। ਠੀਕ ਹੈ, ਤਾਂ ਮੈਨੂੰ ਲੱਗਦਾ ਦੋਸਤੋ ਉਪਰੋਕਤ ਵਿੱਚ ਕੋਈ ਨਹੀਂ ਇਹ ਵੀ ਹੋ ਸਕਦਾ ਵਾ, ਜਾਂ ਫਿਰ ਜੈਵਿਕ ਵੀ ਹੋ ਸਕਦਾ ਵਾ। ਇਹਦੇ ਰਿਗਾਰਡਿੰਗ ਮੈਂ ਸ਼ਿਓਰ ਨਹੀਂ ਹੈਗਾ। ਅਗਰ ਜਿਨ੍ਹਾਂ ਨੂੰ ਪਤਾ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਦੱਸ ਦੇਣਾ ਤਾਂ ਕਿ ਦੂਸਰੇ ਵਿਦਿਆਰਥੀਆਂ ਨੂੰ ਵੀ ਪਤਾ ਲੱਗ ਸਕੇ। ਅੱਗੇ ਆਪਣਾ ਕੁਦਰਤ ਵਿੱਚ ਹਰੇਕ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਸਭ ਕੁਝ ਹੈ ਪਰੰਤੂ ਉਹਨਾਂ ਦੇ ਲਾਲਚ ਨੂੰ ਪੂਰਾ ਕਰਨ ਲਈ ਕੁਝ ਵੀ ਨਹੀਂ ਹੈ। ਇਹ ਸ਼ਬਦ ਕਿਸ ਨੇ ਕਹੇ? ਤਾਂ ਇਹ ਮਹਾਤਮਾ ਗਾਂਧੀ ਜੀ ਨੇ ਜਿਹੜੇ ਸ਼ਬਦ ਸੀਗੇ ਕਹੇ। ਅਗਲਾ ਪ੍ਰਸ਼ਨ ਦੇਖਦੇ ਹਾਂ। ਅਗਲਾ ਪ੍ਰਸ਼ਨ ਹੈ ਕਿ ਮੱਧ ਪ੍ਰਦੇਸ਼ ਵਿਖੇ ਨਰਮਦਾ ਪ੍ਰੋਜੈਕਟ ਦਾ ਵਿਰੋਧ ਕਿਸ ਨੇ ਕੀਤਾ? ਤਾਂ ਇਹਦਾ ਆਨਸਰ ਹੈਗਾ ਉਪਰੋਕਤ ਸਾਰੇ ਯਾਨੀ ਕਿ ਮੇਧਾ ਪਾਟੇਕਰ ਨੇ ਵੀ, ਬਾਬਾ ਆਮਟੇ ਨੇ ਵੀ ਤੇ ਸੁੰਦਰ ਲਾਲ ਬਹੁਗੁਣਾ ਨੇ ਵੀ। ਅਗਲਾ ਪ੍ਰਸ਼ਨ, ਖੇਤ ਲੰਮੇ ਸਮੇਂ ਤੱਕ ਭੋਜਨ ਉਤਪਾਦਨ ਕਰਦਾ ਹੈ। ਠੀਕ ਹੈ ਜੀ, ਖੇਤ ਲੰਮੇ ਸਮੇਂ ਤੱਕ ਭੋਜਨ ਉਤਪਾਦਨ ਕਰਦਾ ਹੈ ਤੇ ਪ੍ਰਸਥਿਤੀ ਸਿਹਤ ਤੇ ਕੋਈ ਵੀ ਮਾੜਾ ਪ੍ਰਭਾਵ ਨਾ ਪਵੇ, ਇਸ ਨੂੰ ਕੀ ਕਿਹਾ ਜਾਂਦਾ ਹੈ? ਤਾਂ ਉਪਰੋਕਤ ਇਹਦਾ ਆਨਸਰ ਦੋਸਤੋ ਦੇਖ ਸਕਦੇ ਹੋ ਕਿ ਕੀ ਕਿਹਾ ਵਾ ਇਹਨਾਂ ਨੇ ਆਨਸਰ ਇਹਦਾ। ਤਾਂ ਦੋਸਤੋ ਇਹਦਾ ਆਨਸਰ ਨਾ ਉਪਰੋਕਤ ਸਾਰੇ ਤੁਸੀਂ ਕੱਟ ਕੇ ਨਾ ਇਹ ਲਾਇਓ, ਇਹ ਬੈਸਟ ਆਨਸਰ ਲੱਗ ਰਿਹਾ ਵਾ ਟਿਕਾਊ ਖੇਤੀਬਾੜੀ। ਠੀਕ ਹੈ ਜੀ, ਤਾਂ ਇਹਦਾ ਆਨਸਰ ਟਿਕਾਊ ਖੇਤੀਬਾੜੀ ਆਏਗਾ। ਠੀਕ ਹੈ, ਮੈਨੂੰ ਲੱਗਦਾ ਕਿ ਇਹ ਉਪਰੋਕਤ ਸਾਰੇ ਨਹੀਂ। ਠੀਕ ਹੈ ਜੀ, ਇਹਦਾ ਆਨਸਰ ਇਹ ਆਏਗਾ ਟਿਕਾਊ ਖੇਤੀਬਾੜੀ। ਅੱਗੇ ਆਪਣਾ ਜੈਵ ਜੜੀ ਬੂਟੀ ਨਾਸ਼ਕ ਜੈਵਿਕ ਤੌਰ 'ਤੇ ਦੋਸਤੋ ਕੀ ਨੇ? ਇਹ ਨਦੀਨਾਂ ਉੱਪਰ ਕਾਬੂ ਪਾਉਣਾ। ਠੀਕ ਹੈ ਜੀ, ਨਦੀਨਾਂ ਉੱਪਰ ਜਿਹੜਾ ਹੈਗਾ ਵਾ ਕਾਬੂ ਪਾਉਣਾ ਹੁੰਦਾ ਵਾ। ਠੀਕ ਹੈ, ਜੈਵ ਜੜੀ ਬੂਟੀ ਕੀ ਹੈ ਦੋਸਤੋ? ਨਦੀਨਾਂ ਉੱਪਰ ਕਾਬੂ ਪਾਉਣਾ ਹੁੰਦਾ ਵਾ। ਤੇ ਦੋਸਤੋ ਅਗਰ ਹੋ ਸਕਦਾ ਕਿ ਇਹਦਾ ਆਨਸਰ ਇਹ ਵੀ ਆ ਸਕਦਾ ਵਾ ਕੀਟਾਂ ਉੱਪਰ ਵੀ ਕਾਬੂ ਪਾ ਸਕਦਾ ਵਾ। ਠੀਕ ਹੈ ਜੀ, ਹੋ ਸਕਦਾ ਕਿ ਇਹ ਵੀ ਪਾ ਦੇਵੇ। ਬਟ ਦੋਸਤੋ ਮੈਂ ਜਦੋਂ ਤੱਕ ਗੂਗਲ ਦੇ ਵਿੱਚ ਸਰਚ ਕੀਤਾ ਤਾਂ ਉਹਨਾਂ ਨੇ ਆਹੀ ਦੱਸਿਆ ਕਿ ਨਦੀਨਾਂ ਉੱਪਰ ਕਾਬੂ ਪਾਉਂਦਾ ਵਾ। ਠੀਕ ਹੈ, ਜਾਂ ਤਾਂ ਦੋਸਤੋ ਇਹਦਾ ਆਨਸਰ ਇਹ ਵਾਲਾ ਹੋ ਜਾਏਗਾ, ਜਾਂ ਫਿਰ ਈਡੀ ਆਪਸ਼ਨ ਹੋਏਗਾ ਯਾਨੀ ਕਿ ਕੀਟਾਂ ਅਤੇ ਨਦੀਨਾਂ ਦੋਵਾਂ 'ਤੇ ਕਾਬੂ ਪਾਉਂਦੇ ਹਨ। ਠੀਕ ਹੈ, ਜਾਂ ਤਾਂ ਇਹ ਆਪਸ਼ਨ ਜਾਂ ਫਿਰ ਇਹ ਆਪਸ਼ਨ, ਕੋਈ ਵੀ ਇਹਨਾਂ ਦੇ ਵਿੱਚ ਇੱਕ ਹੋ ਸਕਦਾ ਵਾ। ਠੀਕ ਹੈ ਜੀ, ਜਾਂ ਤਾਂ ਦੋਨਾਂ ਦੇ ਵਿੱਚ ਹੋ ਸਕਦਾ ਵਾ ਜਾਂ ਫਿਰ ਇਕੱਲਾ ਹੀ ਨਦੀਨਾਂ 'ਤੇ ਹੋ ਸਕਦਾ ਵਾ। ਅੱਗੇ ਆਪਣਾ ਹੇਠ ਲਿਖਿਆਂ ਵਿੱਚੋਂ ਬਦਲਵੇਂ ਸਰੋਤ ਹਨ? ਤਾਂ ਇਹ ਬਾਇਓਗੈਸ ਹੈ। ਠੀਕ ਹੈ, ਅੱਗੇ ਮਨੁੱਖ ਕਿਹੜੇ ਕੁਦਰਤੀ ਤੋਹਫਿਆਂ ਉੱਪਰ ਨਿਰਭਰ ਹੈ? ਤਾਂ ਉਪਰੋਕਤ ਸਾਰੇ ਯਾਨੀ ਕਿ ਪੌਦੇ, ਪਾਣੀ, ਜੰਗਲ। ਠੀਕ ਹੈ, ਅੱਗੇ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਆ, ਇਹ ਅਸੀਂ ਗਾਈਡ ਦੇ ਵਿੱਚੋਂ ਲੱਭ ਲਏ ਹਨ। ਤਾਂ ਦੇਖੋ ਆਨਸਰ ਸਭ ਤੋਂ ਪਹਿਲਾਂ ਕੀ ਹੈ ਪ੍ਰਸ਼ਨ ਆਪਣਾ? ਹਾਂਜੀ, ਤਾਂ ਦੇਖੋ ਆਹੀ ਪ੍ਰਸ਼ਨ ਸੀਗਾ ਆਪਣਾ, ਦਵਾਈਆਂ ਦੇਣ ਵਾਲੇ ਜਿਹੜੇ ਹੈਗੇ 2 ਪੌਦਿਆਂ ਦੇ ਨਾਂ ਦੱਸੋ। ਠੀਕ ਹੈ ਜੀ, ਤਾਂ ਦੇਖਦੇ ਹਾਂ। ਆ ਦੇਖੋ 2 ਦਵਾਈਆਂ ਦੇਣ ਵਾਲੇ ਪੌਦਿਆਂ ਦੇ ਨਾਂ ਲਿਖੋ। ਸਿਨਕੋਨਾ ਤੋਂ ਜਿਹੜਾ ਹੈਗਾ ਕੁਨੀਨ ਪ੍ਰਾਪਤ ਹੁੰਦੀ ਹੈ। ਠੀਕ ਹੈ ਜੀ, ਪੈਪਾਵਰ ਜਿਹੜਾ ਹੈਗਾ ਦੋਸਤੋ ਆਪਣਾ ਸੋਮਨੀਫੈਰਮ ਤੋਂ ਜਿਹੜਾ ਹੈਗਾ ਦੋਸਤੋ ਮਾਰਫਿਨ ਪ੍ਰਾਪਤ ਹੁੰਦੀ ਹੈ। ਤਾਂ ਤੁਹਾਡਾ ਆਨਸਰ ਇਹ ਹੋ ਜਾਏਗਾ। ਅਗਲਾ ਪ੍ਰਸ਼ਨ ਹੈ ਕਿ ਵਿਕਾਸ ਵਾਤਾਵਰਣ ਨੂੰ ਪ੍ਰਭਾਵਿਤ ਕਰਦਾ ਹੈ? ਤਾਂ ਇਹਦਾ ਆਨਸਰ ਤੁਸੀਂ ਆਹ ਦੇਖ ਸਕਦੇ ਹੋ, ਅਸੀਂ ਲੱਭਿਆ ਹੋਇਆ ਹੈ। ਆ ਦੇਖੋ ਕੀ ਵਿਕਾਸ ਵਾਤਾਵਰਣ ਨੂੰ ਪ੍ਰਭਾਵਿਤ ਕਰਦਾ ਹੈ? ਤਾਂ ਬਿਲਕੁਲ ਹਾਂ, ਵਿਕਾਸ ਵਾਤਾਵਰਣ ਨੂੰ ਪ੍ਰਭਾਵਿਤ ਕਰਦਾ ਹੈ। ਅਗਰ 1 ਮਾਰਕਸ ਦੇ ਵਿੱਚ ਇਹ ਪ੍ਰਸ਼ਨ ਆਇਆ ਨਾ ਤਾਂ ਇੰਨਾ ਹੀ ਲਿਖਿਓ, ਅੱਗੇ ਲਿਖਣ ਦੀ ਕੋਈ ਲੋੜ ਨਹੀਂ। ਅਗਰ ਤੁਹਾਨੂੰ 2 ਮਾਰਕਸ ਦੇ ਵਿੱਚ ਆ ਜਾਵੇ ਤਾਂ ਫਿਰ ਆ ਵੀ ਲਿਖ ਦਿਓ। ਜਿਵੇਂ ਅਸੀਂ ਸਾਰੇ ਵਿਕਾਸ ਕਰਨਾ ਚਾਹੁੰਦੇ ਹਾਂ ਤਾਂ ਤੇ ਵਿਕਾਸ ਕਰਨ ਲਈ ਸਾਨੂੰ ਕੁਦਰਤੀ ਸਾਧਨਾਂ ਦੀ ਵਰਤੋਂ ਕਰਨੀ ਪੈਂਦੀ ਹੈ। ਇਸ ਦੇ ਸਿੱਟੇ ਵਜੋਂ ਇੱਕ ਜਾਂ ਫਿਰ ਇੱਕ ਤੋਂ ਵੱਧ ਵਿਅਰਥ ਪਦਾਰਥ ਪੈਦਾ ਹੁੰਦੇ ਹਨ ਜੋ ਕੁਦਰਤ ਵਿੱਚ ਹੀ ਵਾਪਸ ਚਲੇ ਜਾਂਦੇ ਹਨ। ਇਸ ਤੋਂ ਭਾਵ ਹੈ ਕਿ ਵਾਤਾਵਰਣ ਸਾਰੀਆਂ ਵਿਕਾਸ ਕਿਰਿਆਵਾਂ ਲਈ ਸਰੋਤ ਅਤੇ ਕੂੜੇਦਾਨ ਦੋਵੇਂ ਹੈ। ਠੀਕ ਹੈ ਜੀ, ਤਾਂ ਇਹਦਾ ਆਨਸਰ ਤੁਸੀਂ ਇਸ ਪ੍ਰਕਾਰ ਲਿਖ ਦੇਣਾ ਵਾ। ਅਗਲਾ ਪ੍ਰਸ਼ਨ ਹੈ ਆਪਣਾ GNP ਤੋਂ ਕੀ ਭਾਵ ਹੈ? ਠੀਕ ਹੈ ਜੀ, ਤਾਂ GNP ਮਤਲਬ ਦੋਸਤੋ ਕੀ ਹੁੰਦਾ ਵਾ? ਕੁੱਲ ਰਾਸ਼ਟਰੀ ਉਤਪਾਦ। ਠੀਕ ਹੈ ਜੀ, GNP ਜਿਸ ਨੂੰ ਆਪਾਂ ਗ੍ਰੋਸ ਨੈਸ਼ਨਲ ਪ੍ਰੋਡਕਟ ਵੀ ਕਹਿੰਦੇ ਆ। ਅਗਲਾ ਪ੍ਰਸ਼ਨ ਹੈ ਆਪਣਾ ਹਰੇ ਇਨਕਲਾਬ ਦੀ ਕੀ ਲੋੜ ਹੈ? ਤਾਂ ਦੋਸਤੋ ਆਨਸਰ ਦੇਖੋ ਇਹਦਾ, ਹਰੇ ਇਨਕਲਾਬ ਦੀ ਕੀ ਲੋੜ ਹੈ? ਆ ਦੇਖੋ ਹਰੇ ਇਨਕਲਾਬ ਦੀ ਕੀ ਲੋੜ ਹੈ, ਆਹੀ ਪ੍ਰਸ਼ਨ ਸੀ ਨਾ ਤੁਹਾਡਾ। ਤਾਂ ਦੇਖੋ ਸਜੀਵੀ ਦੇ ਜਿਉਂਦੇ ਰਹਿਣ ਦੇ ਲਈ ਖੁਰਾਕ ਇੱਕ ਮੁੱਢਲੀ ਜ਼ਰੂਰਤ ਹੈ। ਮਾਨਵ ਦੇ ਸਭਿਅਤਾ ਵਾਲੇ ਜੀਵਨ ਦੀ ਕਹਾਣੀ ਵਿੱਚ ਖੇਤੀਬਾੜੀ ਹੀ ਅਜਿਹਾ ਬਦਲਾਓ ਬਿੰਦੂ ਹੀ ਸੀ। ਠੀਕ ਹੈ ਜੀ, ਜਿਸ ਨੇ ਅਨੁਭਵ ਦੀ ਭੋਜਨ ਨੂੰ ਚੁਣਨ ਵਾਲੀ ਜਿਹੜੀ ਹੈਗੀ ਜੀਵਨ ਸ਼ੈਲੀ ਨੂੰ ਇੱਕ ਜਗ੍ਹਾ 'ਤੇ ਸਥਿਰ ਰਹਿਣ ਵਾਲੀ ਜੀਵਨ ਸ਼ੈਲੀ ਵਿੱਚ ਤਬਦੀਲ ਕਰ ਦਿੱਤਾ। ਠੀਕ ਹੈ, ਤਾਂ ਇਹ ਆਨਸਰ ਦੋਸਤੋ ਕਾਫੀ ਵੱਡਾ ਵਾ, ਬਟ 1 ਨੰਬਰ ਦੇ ਵਿੱਚ ਪੁੱਛਿਆ ਹੋਇਆ ਵਾ ਤਾਂ ਤੁਸੀਂ ਇਸ ਨੂੰ ਦੇਖ ਲਓ। ਠੀਕ ਹੈ, ਇਸ ਨੂੰ ਰੀਡ ਕਰ ਲਓ, ਆਪਣੇ ਕੋਲ ਕੋਈ ਵੀ ਇੱਕ ਇੰਪੋਰਟੈਂਟ ਜੀ ਲਾਈਨ ਇਹਦੇ ਵਿੱਚ ਚੱਕ ਕੇ ਲਿਖ ਲਿਓ। ਬਾਕੀ ਦੋਸਤੋ ਤੁਸੀਂ ਆਹੀ ਦੇਖ ਲਿਓ, ਹਰੀ ਕ੍ਰਾਂਤੀ ਦੀ ਕੀ ਲੋੜ ਹੈ, ਇਹ ਤੁਸੀਂ ਲਿਖ ਸਕਦੇ ਹੋ ਇਹਦੇ ਜਗ੍ਹਾ 'ਤੇ। ਜਿਵੇਂ ਕਿ ਸਾਡੇ ਦੇਸ਼ ਵਿੱਚ ਸਨ 1985 ਅਤੇ 1980 ਵਿੱਚ ਰਿਕਾਰਡ ਤੋੜ ਵਾਧੇ ਨੂੰ ਹਰੀ ਕ੍ਰਾਂਤੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਤੁਸੀਂ 1 ਲਾਈਨ ਲਿਖ ਦਿਓ ਕਿ ਹਰੀ ਕ੍ਰਾਂਤੀ ਦੀ ਕੀ ਲੋੜ ਸੀ। ਠੀਕ ਹੈ, ਆ ਦੇਖ ਲਓ ਹਰੀ ਕ੍ਰਾਂਤੀ ਦੀ ਲੋੜ ਜਾਂ ਫਿਰ ਹਰੇ ਇਨਕਲਾਬ ਦੀ
ਕੀ ਲੋੜ ਸੀ, ਗੱਲ ਇੱਕ ਹੀ ਹੈ, ਆਹੀ ਇੱਕ ਪ੍ਰਸ਼ਨ ਹੈ। ਠੀਕ ਹੈ ਜੀ, ਤਾਂ ਤੁਸੀਂ ਆਨਸਰ ਇਹ ਵੀ ਕਰ ਸਕਦੇ ਹੋ, ਜਿਹੜਾ ਵੀ ਇਹਦੇ ਵਿੱਚ ਅਗਰ ਤੁਹਾਨੂੰ ਸਹੀ ਲੱਗੇ ਉਹ ਕਰ ਸਕਦੇ ਹੋ। ਠੀਕ ਹੈ ਜੀ, ਤੇ ਇਸ ਦੀ ਲੋੜ ਕਿਉਂ ਸੀ? ਇਸ ਸਮੇਂ ਫਸਲਾਂ ਦੀ ਉਪਜਾਊ ਅਤੇ ਉਤਪਾਦਨ ਵਿੱਚ ਵਾਧਾ ਹੋਇਆ, ਜਿਸ ਨਾਲ ਭਾਰਤ ਖਾਦ ਪਦਾਰਥ ਦੇ ਮਾਮਲੇ ਵਿੱਚ ਆਤਮ ਨਿਰਭਰ ਹੋ ਗਿਆ। ਠੀਕ ਹੈ ਜੀ, ਅਨਾਜ ਦੀ ਕਾਫੀ ਮਾਤਰਾ ਜਿਹੜੀ ਹੈਗੀ ਆ, ਕਾਫੀ ਜਿਹੜੀ ਹੈਗੀ ਸੁਰੱਖਿਆ ਭੰਡਾਰ ਬਣਾਉਣ ਵਿੱਚ ਸਫਲ ਹੋਇਆ। ਠੀਕ ਹੈ ਜੀ, ਤਾਂ ਇਹਦਾ ਆਨਸਰ ਤੁਸੀਂ ਇਸ ਪ੍ਰਕਾਰ ਕੁਛ ਲਿਖ ਸਕਦੇ ਹੋ। ਤੇ ਅੱਗੇ ਇਹਨਾਂ ਨੇ ਲਿਖਿਆ ਕਿ ਜਿਸ ਦੇ ਅੰਤਰਗਤ ਪਾਰੰਪਰਿਕ ਅਤੇ ਮੈਕਸੀਕਨ ਕਿਸਮ ਦੇ ਸੰਕਰਨ ਤੋਂ ਵੀ ਨਵੀਂ ਉੱਚ ਕਿਸਮ ਦਾ ਵਿਕਾਸ ਕੀਤਾ ਗਿਆ। ਠੀਕ ਹੈ, ਤਾਂ ਦੋਸਤੋ ਪ੍ਰਸ਼ਨ ਵੱਡੇ ਵੱਡੇ ਨੇ, ਇੱਕ ਇੱਕ ਨੰਬਰ ਦੇ ਵਿੱਚ ਪੁੱਛੇ ਹੋਏ ਆ। ਠੀਕ ਹੈ ਜੀ, ਤਾਂ ਦੇਖੋ ਦੋਸਤੋ ਅੱਗੇ ਆਪਣਾ ਪ੍ਰਸ਼ਨ ਕੀ ਹੈ, ਕੁਪੋਸ਼ਣ ਤੋਂ ਕੀ ਭਾਵ ਹੈ। ਠੀਕ ਹੈ ਜੀ, ਤਾਂ ਦੇਖੋ ਕੁਪੋਸ਼ਣ ਤੋਂ ਕੀ ਭਾਵ ਹੈ, ਤਾਂ ਦੇਖੋ ਮਨੁੱਖੀ ਸਰੀਰ ਦੀ ਉਹ ਅਵਸਥਾ ਜਿਹੜੀ ਲੋੜੀਂਦੀ ਮਾਤਰਾ ਵਿੱਚ ਸੰਤੁਲਿਤ ਭੋਜਨ ਦੀ ਉਪਲਬਧਤਾ ਨਾ ਹੋਣ ਦੇ ਕਾਰਨ ਪੈਦਾ ਹੋ ਜਾਵੇ, ਉਸ ਨੂੰ ਕੁਪੋਸ਼ਣ ਆਖਦੇ ਹਨ। ਠੀਕ ਹੈ ਜੀ, ਤਾਂ ਤੁਹਾਡਾ ਆਨਸਰ ਇਹ ਹੋ ਜਾਏਗਾ। ਅਗਲਾ ਆਪਣਾ ਤੁਹਾਡਾ ਫਿਲਿੰਗ ਦੀ ਬਲੈਂਕਸ ਨੇ, ਤਾਂ ਦੇਖੋ ਜੰਗਲਾਂ ਰੋਜ਼ਾਨਾ ਹਜ਼ਾਰਾਂ ਟਨ ਕਾਰਬਨ ਡਾਈਆਕਸਾਈਡ ਨੂੰ ਡੈਸ਼ ਵਿੱਚ ਬਦਲ ਦਿੰਦੇ ਹਨ। ਠੀਕ ਹੈ ਜੀ, ਤਾਂ ਇਹਦਾ ਆਨਸਰ ਕੀ ਆ ਜਾਏਗਾ? ਇਹਦਾ ਆਨਸਰ ਆ ਜਾਏਗਾ ਆਕਸੀਜਨ। ਠੀਕ ਹੈ ਜੀ, ਪਹਿਲੇ ਦਾ ਜਿਹੜਾ ਹੈਗਾ ਆਕਸੀਜਨ ਵਿੱਚ ਬਦਲ ਦਿੰਦੇ ਹਨ। ਅੱਗੇ ਜੇਕਰ ਵਾਤਾਵਰਣ ਦਾ ਢੁਕਵਾਂ ਪ੍ਰਬੰਧਨ ਕੀਤਾ ਜਾਵੇ ਤਾਂ ਪ੍ਰਦੂਸ਼ਣ ਜਿਹੜਾ ਹੈਗਾ ਘੱਟ ਕੀਤਾ ਜਾ ਸਕਦਾ ਹੈ। ਠੀਕ ਹੈ, ਦੂਸਰਾ ਤਾਂ ਤੁਸੀਂ ਆਹ ਦੇਖ ਸਕਦੇ ਹੋ ਕੀ ਆ ਜਾਏਗਾ, ਘੱਟ ਕੀਤਾ ਜਾ ਸਕਦਾ ਹੈ। ਅਗਲਾ ਆਪਣਾ ਕੀ ਹੈ, ਪਰਾਲੀ ਦੇ ਸਮੱਸਿਆ ਨੂੰ ਮੁੱਖ ਰੂਪ ਵਿੱਚ ਜਿਹੜਾ ਹੈਗਾ ਡੈਸ਼ ਦੀ ਫਸਲ ਨਾਲ ਜੁੜੀ ਹੋਈ ਹੈ। ਤਾਂ ਕਿਹਦੀ ਫਸਲ ਨਾਲ? ਝੋਨੇ ਦੀ ਫਸਲ ਨਾਲ ਜਿਹੜੀ ਹੈਗੀ ਹੈ ਜੁੜੀ ਹੋਈ ਹੈ। ਕਿਹਦੀ ਸਮੱਸਿਆ? ਪਰਾਲੀ ਦੀ ਸਮੱਸਿਆ। ਠੀਕ ਹੈ ਜੀ, ਤਾਂ ਇਹ ਆਨਸਰ ਹੋ ਗਿਆ। ਅੱਗੇ NPK ਦਾ ਪੂਰਾ ਨਾਮ ਕੀ ਹੈ? ਤਾਂ ਦੇਖ ਸਕਦੇ ਹੋ NPK ਦਾ ਪੂਰਾ ਨਾਮ ਹੈ ਨਾਈਟ੍ਰੋਜਨ ਫਾਸਫੋਰਸ ਪੋਟਾਸ਼ੀਅਮ। ਠੀਕ ਹੈ ਜੀ, NPK ਨਾਈਟ੍ਰੋਜਨ ਫਾਸਫੋਰਸ ਲਿਖਿਆ ਹੋਇਆ ਵਾ ਇੱਥੇ, ਤੇ ਆਪਣਾ ਹਾਂਜੀ ਫਾਸਫੋਰਸ ਮਤਲਬ ਫਾਸਫੋਰਸ ਨਾ P ਦੇ ਵਿੱਚ ਪੈਂਦਾ ਇੰਗਲਿਸ਼ ਦਾ, ਤੇ N ਦਾ ਹੈਗਾ N। ਠੀਕ ਹੈ ਜੀ, ਤੇ ਆਪਣਾ P ਦਾ ਜਾਏਗਾ ਹਾਂਜੀ ਪੋਟਾਸ਼ੀਅਮ NPK। ਠੀਕ ਹੈ ਜੀ, ਤਾਂ ਇੱਥੇ ਵੇਟ ਦੋਸਤੋ ਇੱਥੇ ਦੇਖਦਾ ਮੇਰੇ ਕੋਲ, ਤਾਂ ਹਾਂਜੀ ਬਿਲਕੁਲ ਦੋਸਤੋ ਇਹੀ ਸਹੀ ਹੈ, ਨਾਈਟ੍ਰੋਜਨ ਫਾਸਫੋਰਸ ਪੋਟਾਸ਼ੀਅਮ, ਆਹੀ ਆਨਸਰ ਲਿਖਣਾ ਵਾ ਤੁਸੀਂ NPK, ਕਿਉਂਕਿ ਆਹ ਪੋਟਾਸ਼ੀਅਮ ਆ ਜਿਹੜਾ K ਨਾਲ ਡਿਨੋਟ ਹੁੰਦਾ ਵਾ। ਠੀਕ ਹੈ ਜੀ, ਤੇ ਅਗਲਾ ਆਪਣਾ ਪ੍ਰਸ਼ਨ ਦੋਸਤੋ ਦੇਖੋ ਕੀ ਇੱਥੇ ਆ ਦੇਖ ਲਓ, ਤੁਸੀਂ ਦੇਖ ਵੀ ਸਕਦੇ ਹੋ, ਮੈਂ ਲੱਭਿਆ ਵੀ ਹੋਇਆ ਹੈ। ਆ ਦੇਖੋ N ਦਾ ਦੋਸਤੋ ਆ ਜਾਏਗਾ ਨਾਈਟ੍ਰੋਜਨ, P ਦਾ ਆ ਜਾਏਗਾ ਫਾਸਫੋਰਸ, ਤੇ ਪੋਟਾਸ਼ੀਅਮ ਦਾ ਆ ਜਾਏਗਾ ਆ ਦੇਖ ਲਓ K। ਠੀਕ ਹੈ ਜੀ, NPK ਦੀ ਆ ਫੁੱਲ ਫਾਰਮ ਹੋ ਗਈ ਤੁਹਾਡੀ। ਅਗਲਾ ਪ੍ਰਸ਼ਨ ਹੁਣ ਦੇਖਦੇ ਹਾਂ, ਚਲੋ ਅਗਲਾ ਕੀ ਹੈ, ਡੈਸ਼ 2 ਜਾਂ ਫਿਰ 2 ਤੋਂ ਵੱਧ ਫਸਲਾਂ ਇੱਕੋ ਖੇਤ ਵਿੱਚ ਇਕੱਠੀਆਂ ਉਗਾਉਣ ਦੀ ਪ੍ਰਕਿਰਿਆ ਹੈ। ਤਾਂ ਇਹਦਾ ਆਨਸਰ ਕੀ ਆ ਜਾਏਗਾ? ਮਿਸ਼ਰਤ ਖੇਤੀ ਜਾਂ ਫਿਰ ਅੰਤਰ ਖੇਤੀ ਜਾਂ ਫਿਰ ਮਿਸ਼ਰਤ ਫਸਲਾਂ ਜਾਂ ਫਿਰ ਅੰਤਰ ਫਸਲਾਂ। ਠੀਕ ਹੈ ਜੀ, ਤਾਂ ਇਹਦਾ ਆਨਸਰ ਦੋਨਾਂ ਦੇ ਵਿੱਚ ਕੋਈ ਦੋਨੋਂ ਹੀ ਲਿਖ ਦਿਓ ਜਾਂ ਫਿਰ ਕੋਈ ਇੱਕ ਲਿਖ ਦਿਓ। ਅਗਲਾ ਆਪਣਾ ਪ੍ਰਸ਼ਨ ਕੀ ਹੈ, ਸਹੀ ਗਲਤ ਨੇ, ਤਾਂ ਦੇਖੋ ਦੋਸਤੋ ਕੀ ਹੈ, ਸਭ ਤੋਂ ਪਹਿਲਾਂ ਸਕੂਲਾਂ ਵਿੱਚ ਵਾਤਾਵਰਣ ਸੰਬੰਧੀ ਦਿਵਸ ਮਨਾਉਣੇ ਚਾਹੀਦੇ ਹਨ। ਬਿਲਕੁਲ ਠੀਕ, ਮਨਾਉਣੇ ਚਾਹੀਦੇ ਹਨ। ਅਫੀਮੀ ਪਦਾਰਥ ਦੀ ਵਰਤੋਂ ਨਾਲ ਅੱਖਾਂ ਦੀਆਂ ਪੁਤਲੀਆਂ ਫੈਲ ਜਾਂਦੀਆਂ ਹਨ। ਇਹਦਾ ਆਨਸਰ ਦੋਸਤੋ ਹੋ ਵੀ ਸਕਦਾ, ਹਾਂ ਹੋ ਵੀ ਸਕਦਾ, ਕਿਉਂਕਿ ਅਫੀਮ ਦੇ ਨਾਲ ਹੋ ਵੀ ਸਕਦਾ ਜਾਂ ਫਿਰ ਨਹੀਂ ਵੀ। ਠੀਕ ਹੈ ਜੀ, ਇਹਦਾ ਆਨਸਰ ਮੈਨੂੰ ਪੂਰਾ ਕਲੀਅਰ ਨਹੀਂ ਹੈ। ਅੱਗੇ ਆਪਣਾ ਹਰੇ ਇਨਕਲਾਬ ਵਜੋਂ ਵਾਤਾਵਰਣ ਨੂੰ ਤੁਹਾਨੂੰ ਅਗਰ ਪਤਾ ਹੈ ਨਾ ਕਮੈਂਟ ਬਾਕਸ ਦੇ ਵਿੱਚ ਹਜੇ ਜੇ ਦੱਸ ਦੇਣਾ। ਠੀਕ ਹੈ, ਹਰੇ ਇਨਕਲਾਬ ਵਜੋਂ ਵਾਤਾਵਰਣ ਨੂੰ ਬਹੁਤ ਨੁਕਸਾਨ ਪਹੁੰਚਿਆ, ਤਾਂ ਦੇਖੋ ਨੁਕਸਾਨ ਘੱਟ ਪਹੁੰਚਿਆ ਵਾ। ਠੀਕ ਹੈ ਜੀ, ਲਾਭ ਜ਼ਿਆਦਾ ਹੋਇਆ ਵਾ, ਨੁਕਸਾਨ ਪਹੁੰਚਿਆ ਵਾ ਹਰੇ ਇਨਕਲਾਬ ਨਾਲ। ਠੀਕ ਹੈ, ਬਟ ਦੋਸਤੋ ਉਨਾ ਜ਼ਿਆਦਾ ਨਹੀਂ ਜਿੰਨਾ ਜ਼ਿਆਦਾ ਫਾਇਦਾ ਹੋਇਆ ਵਾ, ਤਾਂ ਇਹਦਾ ਆਨਸਰ ਵੀ ਕਹਿਣਾ ਮੁਸ਼ਕਿਲ ਆ ਕਿ ਹੁਣ ਆਪਾਂ ਕੀ ਲਿਖੀਏ। ਠੀਕ ਹੈ, ਤੇ ਅੱਗੇ ਆਪਣਾ ਪ੍ਰਸ਼ਨ, ਅੱਜ ਸਾਡੀ ਜਨਸੰਖਿਆ 1 ਬਿਲੀਅਨ ਤੋਂ ਘੱਟ ਹੈ। ਠੀਕ ਹੈ ਜੀ, ਤਾਂ ਇਹ ਦੋਸਤੋ ਕੀ ਹੈ, ਘੱਟ ਨਹੀਂ ਹੈ, ਹੁਣ ਜ਼ਿਆਦਾ ਹੈ, 1 ਬਿਲੀਅਨ ਤੋਂ ਜ਼ਿਆਦਾ ਹੋ ਚੁੱਕੀ ਹੈ, 1.4 ਕੁਛ ਹੋ ਚੁੱਕੀ ਆ। ਅਗਲਾ ਪ੍ਰਸ਼ਨ ਦੇਖੋ ਦੋਸਤੋ ਹੁਣ ਕੀ ਇੱਥੇ ਆਪਣਾ ਕਿ ਪੋਲੀਥੀਨ ਦੇ ਲਿਫਾਫੇ ਵਾਤਾਵਰਣ ਲਈ ਲਾਭਦਾਇਕ ਹਨ, ਤਾਂ ਗਲਤ, ਕਿਉਂਕਿ ਦੋਸਤੋ ਇਹ ਕੀ ਹੋ ਜਾਏਗਾ, ਲਾਭਦਾਇਕ ਥੋੜੀ ਹੁੰਦੇ ਆ, ਹਾਨੀਕਾਰਕ ਹੁੰਦੇ ਆ। ਠੀਕ ਹੈ ਜੀ, ਪੋਲੀਥੀਨ ਦੇ ਲਿਫਾਫੇ। ਇਸੇ ਤਰ੍ਹਾਂ ਦੋਸਤੋ ਆਹ ਵਾਲਾ ਜਿਹੜਾ ਸੀਗਾ ਇਹ ਵੀ ਦੋਸਤੋ ਕੀ ਹੈ 1 ਬਿਲੀਅਨ ਤੋਂ ਘੱਟ ਹੈ, ਤਾਂ ਦੋਸਤੋ ਘੱਟ ਨਹੀਂ ਜ਼ਿਆਦਾ ਹੈ, ਤਾਂ ਇਸ ਲਈ ਇਹ ਵੀ ਗਲਤ ਹੈਗਾ ਵਾ। ਠੀਕ ਹੈ, ਤਾਂ ਹੁਣ ਅਗਲਾ ਦੋਸਤੋ 2 ਅੰਕ ਵਾਲੇ ਪ੍ਰਸ਼ਨ ਨੇ ਤੁਹਾਡੇ, ਤਾਂ ਦੇਖੋ ਕੀ ਹੈ, ਪ੍ਰੋਜੈਕਟ ਟਾਈਗਰ ਤੋਂ ਕੀ ਭਾਵ ਹੈ। ਠੀਕ ਹੈ ਜੀ, ਤਾਂ ਪ੍ਰੋਜੈਕਟ ਟਾਈਗਰ ਤੋਂ ਕੀ ਭਾਵ ਹੈ, ਤੁਸੀਂ ਆਨਸਰ ਦੇਖੋ। ਪ੍ਰੋਜੈਕਟ ਟਾਈਗਰ ਤੋਂ ਭਾਵ ਹੈ ਕਿ ਇਸ ਪ੍ਰੋਜੈਕਟ ਨੂੰ ਸਨ 1973 ਵਿੱਚ ਸ਼ੁਰੂ ਕੀਤਾ ਗਿਆ ਸੀਗਾ। ਇਸ ਪ੍ਰੋਜੈਕਟ ਦੇ ਸ਼ੁਰੂ ਕਰਨ ਦੇ ਸਿੱਟੇ ਵਜੋਂ ਜਿਹੜਾ ਹੈਗਾ ਕੇਵਲ ਬਾਘਾਂ ਯਾਨੀ ਕਿ ਟਾਈਗਰਸ ਨੂੰ ਹੀ ਸੁਰੱਖਿਆ ਮਿਲੀ, ਸਗੋਂ ਜੰਗਲੀ ਜਾਨਵਰਾਂ ਦੀਆਂ ਕਈ ਹੋਰ ਜਾਤੀਆਂ ਵੀ ਸੁਰੱਖਿਅਤ ਹੋ ਗਈਆਂ। ਠੀਕ ਹੈ, ਅਗਲਾ ਆਪਣਾ ਪ੍ਰਸ਼ਨ ਦੇਖੋ ਕੀ ਹੈ, ਤੇ ਦੂਸਰਾ ਪ੍ਰਸ਼ਨ ਆਪਣਾ ਧਰਤੀ ਮਾਤਾ ਦੀ ਇੱਜ਼ਤ ਲਈ ਤੁਸੀਂ ਕਿਹੜੇ ਜਿਹੜੇ ਹੈਗੇ ਸਹੁਜ ਅਪਣਾਓਗੇ। ਠੀਕ ਹੈ ਜੀ, ਤਾਂ ਇਹਦਾ ਆਨਸਰ ਤੁਸੀਂ ਆ ਦੇਖ ਸਕਦੇ ਹੋ, ਧਰਤੀ ਮਾਤਾ ਦੀ ਇੱਜ਼ਤ ਲਈ ਤੁਸੀਂ ਕਿਹੜੇ ਸਹੁਜ ਅਪਣਾਓਗੇ। ਤਾਂ ਧਰਤੀ ਮਾਤਾ ਦੀ ਇੱਜ਼ਤ ਲਈ ਹੇਠ ਲਿਖੇ ਸਹੁਜ ਅਪਣਾਏ ਸਕਦੇ ਹਨ, ਜਿਵੇਂ ਕਿ ਧਰਤੀ ਮਾਤਾ ਦੀ ਇੱਜ਼ਤ ਕਰਨਾ, ਜੈਵਿਕ ਅਨੇਕਰੂਪਤਾ ਨੂੰ ਸੁਰੱਖਿਅਤ ਰੱਖਣਾ, ਵਾਤਾਵਰਣ ਨਾਲ ਸੰਬੰਧਿਤ ਸਾਰੇ ਦਿਨ ਨੂੰ ਮਨਾਉਣਾ, ਮਨੁੱਖੀ ਜਨਸੰਖਿਆ ਨੂੰ ਸੀਮਿਤ ਕਰਨਾ, ਕੁਦਰਤੀ ਸਾਧਨਾਂ ਦੀ ਅਕਲਮੰਦੀ ਨਾਲ ਵਰਤੋਂ ਕਰਨਾ, ਵਾਤਾਵਰਣ ਨਾਲ ਸੰਬੰਧਿਤ ਫਰਜ਼ਾਂ ਅਤੇ ਹੱਕਾਂ ਨੂੰ ਸਮਝਣਾ, ਤੇ ਗ੍ਰਹਿ ਸੀਮਾ ਵਿੱਚ ਰਹਿਣਾ। ਠੀਕ ਹੈ ਜੀ, ਤਾਂ ਇਹਦਾ ਆਨਸਰ ਇਹ ਹੋ ਜਾਏਗਾ। ਅਗਲੇ ਆਪਣਾ ਪ੍ਰਸ਼ਨ ਹੈ, ਪੂਰੇ ਨਾਲ ਲਿਖੋ CPCB ਦਾ ਤੇ HDI ਦਾ। ਠੀਕ ਹੈ, ਤਾਂ ਦੇਖਦੇ ਹਾਂ CPC, ਸਭ ਤੋਂ ਪਹਿਲਾਂ CPC ਦਾ ਦੇਖ ਲਓ ਪੂਰਾ ਨਾਂ ਕੀ ਹੈ, ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ, ਯਾਨੀ ਕਿ ਸੈਂਟਰਲ ਪੋਲਿਊਸ਼ਨ ਬੋਰਡ। ਇੱਥੇ ਕੰਟਰੋਲ ਪਾ ਲਿਓ, ਇੱਥੇ ਕੰਟਰੋਲ ਇਹਨਾਂ ਨੇ ਲਿਖਿਆ ਨਹੀਂ। ਠੀਕ ਹੈ, ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਇਹਦਾ ਆਨਸਰ ਹੋ ਜਾਏਗਾ। ਠੀਕ ਹੈ, ਇਸੇ ਤਰ੍ਹਾਂ ਦੋਸਤੋ HDI ਦਾ ਆ ਜਾਏਗਾ
ਹਿਊਮਨ ਡਿਵੈਲਪਮੈਂਟ ਇੰਡੈਕਸ। ਠੀਕ ਹੈ, ਤਾਂ ਇਹ ਤੁਹਾਡਾ ਆਂਸਰ ਹੋ ਗਿਆ। ਅਗਲਾ ਹੈ ਜੈਵਿਕ ਅਤੇ ਰਸਾਇਣਿਕ ਖਾਦਾਂ ਵਿੱਚ ਜਿਹੜਾ ਹੈਗਾ ਅੰਤਰ ਲਿਖੋ। ਠੀਕ ਹੈ, ਤਾਂ ਦੇਖੋ ਜੈਵਿਕ ਖਾਦ ਕਿਹੜੇ ਹੁੰਦੇ ਆ, ਕੁਦਰਤੀ ਖਾਦ ਨੂੰ ਹੀ ਜੈਵਿਕ ਖਾਦ ਕਹਿੰਦੇ ਆ। ਬਣਾਉਟੀ ਖਾਦਾਂ ਨੂੰ ਜਿਹੜਾ ਹੈਗਾ ਵਾ ਕੀ ਕਹਿੰਦੇ ਆ, ਜਿਹੜਾ ਇੱਥੇ ਲਿਖਿਆ ਹੋਇਆ ਵਾ ਰਸਾਇਣਿਕ। ਠੀਕ ਹੈ ਜੀ, ਜੋ ਕਿ ਖੁਦ ਬਣਾਇਆ ਜਾਂਦਾ ਵਾ। ਠੀਕ ਹੈ ਜੀ, ਕੁਦਰਤੀ ਮਤਲਬ ਇਹੀ ਆ, ਮਤਲਬ ਮੈਂ ਤੁਹਾਨੂੰ ਦੱਸ ਰਿਹਾ ਸਿੰਪਲ ਦੇ ਵਿੱਚ। ਕੁਦਰਤੀ ਖਾਦ ਜਿਹੜੇ ਹੁੰਦੇ ਆ ਉਹ ਕਿਹੜੇ ਖਾਦ ਹੁੰਦੇ ਆ, ਜੈਵਿਕ ਖਾਦ। ਬਣਾਉਟੀ ਖਾਦ ਜਿਹੜੇ ਹੁੰਦੇ ਆ ਉਹ ਕਿਹੜੇ ਹੁੰਦੇ ਆ, ਜਿਹੜਾ ਇੱਥੇ ਰਸਾਇਣਿਕ ਲਿਖਿਆ ਹੋਇਆ ਵਾ। ਠੀਕ ਹੈ, ਤਾਂ ਤੁਸੀਂ ਇਹੀ ਲਿਖਦੇ ਹੋ ਜਿਹੜਾ ਮੈਂ ਇੱਥੇ ਦੱਸ ਰਿਹਾ ਵਾਂ। ਤਾਂ ਪਹਿਲਾ ਪੁਆਇੰਟ ਇਹ ਲਿਖਦੇ ਹੋ, ਕੁਦਰਤੀ ਖਾਦ ਪੌਦਿਆਂ ਦੀ ਰਹਿੰਦ ਖੁੰਹਦ ਜਿਹੜਾ ਹੈਗਾ ਵਾ ਮਵਸ਼ੇਸ਼ੀਆਂ ਦੇ ਮਲ ਮੂਤਰ ਅਤੇ ਮ੍ਰਿਤ ਜੀਵਾਂ ਦੇ ਅੰਸ਼ਕ ਤੌਰ 'ਤੇ ਦੋਸਤੋ ਕੀ ਹੈ, ਵਿਘਟਨ ਅਤੇ ਗਲਨ ਸੜਨ ਦੇ ਕਾਰਨ ਬਣਦੀ ਹੈ। ਠੀਕ ਹੈ, ਬਣਾਉਟੀ ਖਾਦ ਦੋਸਤੋ ਅਕਾਰਬਨੀ ਲੂਣ ਹੁੰਦੇ ਹਨ ਜਾਂ ਇਹ ਜਿਹੜੇ ਹੈਗੇ ਕਾਰਬਨੀ ਯੌਗਿਕ ਹੁੰਦੇ ਹਨ। ਠੀਕ ਹੈ ਜੀ, ਤਾਂ ਇਹਦਾ ਆਂਸਰ ਇਹ ਲਿਖ ਦੇਣਾ ਵਾ ਤੁਸੀਂ। ਤੇ ਦੂਸਰਾ ਪੁਆਇੰਟ ਇਹ ਲਿਖ ਦਿਓ, ਕੁਦਰਤੀ ਖਾਦ ਦੀ ਕਾਰਬਨੀ ਪਦਾਰਥ ਅਧਿਕ ਮਾਤਰਾ ਵਿੱਚ ਮੌਜੂਦ ਹੁੰਦਾ ਹੈ, ਬਣਾਉਟੀ ਖਾਦ ਵਿੱਚ ਕਾਰਬਨੀ ਪਦਾਰਥ ਬਿਲਕੁਲ ਨਹੀਂ ਹੁੰਦਾ ਹੈ। ਠੀਕ ਹੈ, ਤੀਸਰਾ ਪੁਆਇੰਟ, ਕੁਦਰਤੀ ਖਾਦ ਵਿੱਚ ਪੌਸ਼ਟਿਕ ਪਦਾਰਥਾਂ ਦੀ ਮਾਤਰਾ ਬਹੁਤ ਥੋੜ੍ਹੀ ਹੋਣ ਕਰ ਇਹਨਾਂ ਦੀ ਵਰਤੋਂ ਬਹੁਤ ਜ਼ਿਆਦਾ ਮਾਤਰਾ ਵਿੱਚ ਕਰਨੀ ਪੈਂਦੀ ਹੈ। ਬਣਾਉਟੀ ਖਾਦਾਂ ਦੀ ਵਿੱਚ ਪੌਸ਼ਟਿਕ ਪਦਾਰਥਾਂ ਦੀ ਬਹੁਤਾਤ ਹੋਣ ਦੇ ਕਾਰਨ ਵਰਤੋਂ ਕਰਨ ਲਈ ਇਹਨਾਂ ਦੀ ਬਹੁਤ ਘੱਟ ਮਾਤਰਾ ਦੀ ਲੋੜ ਹੁੰਦੀ ਹੈ। ਚੌਥਾ, ਪੌਸ਼ਟਿਕ ਪਦਾਰਥਾਂ ਦੇ ਪੱਖ ਤੋਂ ਇਹ ਖਾਦ ਨਿਸ਼ਚਿਤਤਾ ਹੁੰਦੀ ਹੈ, ਪੌਸ਼ਟਿਕ ਪਦਾਰਥਾਂ ਦੇ ਪੱਖ ਤੋਂ ਬਣਾਉਣ ਵਾਲੀ ਖਾਦ ਨਿਸ਼ਚਿਤਤਾ ਵਾਲੀ ਨਹੀਂ ਹੈ। ਠੀਕ ਹੈ, ਇਹਦਾ ਆਂਸਰ ਇਹ ਹੋ ਜਾਏਗਾ। ਅੱਗੇ ਆਪਣਾ ਹਵਾ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਕੋਈ ਦੋ ਉਪਾਅ ਲਿਖੋ। ਤਾਂ ਦੇਖੋ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਕੋਈ ਦੋ ਉਪਾਅ ਲਿਖੋ। ਤਾਂ ਦੇਖੋ ਹਵਾ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਦੋ ਉਪਾਅ, ਤਾਂ ਪ੍ਰਕਾਸ਼ ਫੋਟੋ ਰਸਾਇਣਿਕ ਸਮੋਗ ਨੂੰ ਜਿਹੜਾ ਹੈਗਾ ਖਤਮ ਕੀਤਾ ਜਾਣਾ ਚਾਹੀਦਾ ਹੈ। ਇਸ ਉਪਜ ਦਾ ਜਿਹੜਾ ਹੈਗਾ ਕਾਰਨ ਸਵੈਚਲਿਤ ਵਾਹਨ ਹੈ। ਦੂਸਰਾ, ਕਾਰਖਾਨੇ ਤੋਂ ਪੈਦਾ ਹੋਣ ਵਾਲੇ ਠੋਸ ਕਣਾਂ ਨੂੰ ਜਿਹੜਾ ਹੈਗਾ ਝਾਵੇਂ ਫਿਲਟਰਜ਼ ਅਤੇ ਅਪਖੇਪਕਾਂ। ਠੀਕ ਹੈ ਜੀ, ਹਾਂਜੀ, ਅਪਖੇਪਕਾਂ ਦੀ ਵਰਤੋਂ ਕਰਕੇ ਹਵਾ ਪ੍ਰਦੂਸ਼ਣ ਨੂੰ ਘਟਾਇਆ ਜਾ ਸਕਦਾ ਹੈ। ਠੀਕ ਹੈ ਜੀ, ਤਾਂ ਤੁਹਾਡਾ ਆਂਸਰ ਇਹ ਹੋ ਜਾਏਗਾ। ਅੱਗੇ ਤੁਹਾਡੇ 5 ਅੰਕਾਂ ਵਾਲੇ ਪ੍ਰਸ਼ਨ ਨੇ। ਠੀਕ ਹੈ, ਲੌਂਗ ਪ੍ਰਸ਼ਨ ਨੇ, ਜਿਵੇਂ ਕਿ ਸਭ ਤੋਂ ਪਹਿਲਾਂ ਹੈ ਜੈਵ ਵਿਭਿੰਨਤਾ ਤੋਂ ਤੁਹਾਡਾ ਕੀ ਭਾਵ ਹੈ, ਇਸ ਦੇ ਨਸ਼ਟ ਹੋਣ ਦੇ ਕੀ ਕਾਰਨ ਹਨ। ਠੀਕ ਹੈ, ਤਾਂ ਤੁਸੀਂ ਆਹ ਰੀਡ ਕਰ ਸਕਦੇ ਹੋ। ਦੇਖੋ ਜੈਵ ਵਿਭਿੰਨਤਾ ਕੀ ਹੈ, ਜੈਵ ਵਿਭਿੰਨਤਾ ਦੇ ਸ਼ਬਦ ਜਿਹੜਾ ਹੈਗਾ ਵਾ, ਹਾਂਜੀ, ਸ਼ਬਦ ਬਾਇਓ ਅਤੇ ਜੈਵਿਕ ਅਤੇ ਬਾਇਓ ਜੈਵਿਕ ਅਤੇ ਡਾਇਵਰਸਿਟੀ ਵਿਭਿੰਨਤਾ ਦੇ ਸੁਮੇਲ ਨਾਲ ਬਣਿਆ ਹੈ, ਜਿਸ ਦਾ ਅਰਥ ਹੈ ਜੀਵਾਂ ਅਰਥਾਤ ਪੌਦਿਆਂ ਅਤੇ ਜੰਤੂਆਂ ਵਿਭਿੰਨਤਾ। ਠੀਕ ਹੈ ਜੀ, ਕਿਸੇ ਖੇਤਰ ਦੇ ਪਾਰਿਸਥਿਤਿਕ ਪ੍ਰਬੰਧ ਵਿੱਚ ਮੌਜੂਦ ਸਾਰੇ ਪੌਦੇ ਅਤੇ ਜੰਤੂ ਅਤੇ ਸੂਖਮ ਜੀਵਾਂ ਨੂੰ ਜੈਵਿਕ ਵਿਭਿੰਨਤਾ ਆਖਿਆ ਜਾਂਦਾ ਹੈ। ਠੀਕ ਹੈ, ਬਾਕੀ ਹੋਰ ਵੀ ਇੱਥੇ ਲਿਖਿਆ ਹੋਇਆ ਜੈਵਿਕ ਵਿਭਿੰਨਤਾ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ 1986 ਵਿੱਚ ਵਾਲਟਰ ਜੀ ਰੋਜ਼ਨ ਨੇ ਕੀਤੀ ਸੀ। ਬਾਕੀ ਤੁਸੀਂ ਇਸ ਨੂੰ ਪੜ੍ਹ ਸਕਦੇ ਹੋ। ਠੀਕ ਹੈ ਜੀ, ਤੇ ਇਸ ਦੇ ਨਸ਼ਟ ਹੋਣ ਦੇ ਕੀ ਕਾਰਨ ਨੇ, ਤਾਂ ਮਨੁੱਖ ਦੁਆਰਾ ਪੈਦਾ ਕੀਤੇ ਹਾਲਾਤਾਂ ਕਾਰਨ ਧਰਤੀ ਉੱਤੇ ਨਿਵਾਸ ਸਥਾਨ ਨਸ਼ਟ ਹੋ ਰਹੇ ਹਨ, ਜਿਸ ਕਰਕੇ ਦੋਸਤੋ ਕੁਦਰਤ ਦਾ ਸੰਤੁਲਨ ਵਿਗੜ ਰਿਹਾ ਹੈ। ਧਰਤੀ ਨੂੰ ਪਹਿਲਾਂ ਨਾਲੋਂ ਜ਼ਿਆਦਾ ਜਿਹੜੀ ਆਪਦਾ ਦਾ ਜਿਹੜਾ ਹੈਗਾ ਸਾਹਮਣਾ ਕਰਨਾ ਪੈ ਰਿਹਾ। ਇਸ ਨੂੰ ਨਿਰਮਿਤ ਅਪਲੋਪ ਹੋਣ ਦੇ ਕਹਿੰਦੇ ਹਨ। ਇਸ ਦੇ ਕਾਰਨ ਜਿਵੇਂ ਕਿ ਤੁਸੀਂ ਆਹ ਦੇਖ ਸਕਦੇ ਹੋ, ਨਿਵਾਸ ਸਥਾਨ ਦਾ ਨਸ਼ਟ ਹੋ ਜਾਣਾ ਅਤੇ ਖੰਡਿਤ ਹੋ ਜਾਣਾ, ਜੈਵਿਕ ਵਿਭਿੰਨਤਾ ਦੀ ਲੋੜ ਤੋਂ ਵੱਧ ਵਰਤੋਂ, ਪ੍ਰਦੂਸ਼ਣ, ਵਿਦੇਸ਼ੀ ਜਾਤੀਆਂ ਦੀ ਆਮਦ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਵਪਾਰ ਕਰਕੇ ਜੈਵਿਕ ਵਿਭਿੰਨਤਾ ਅਲੋਪ ਹੋ ਰਹੀਆਂ ਹਨ। ਠੀਕ ਹੈ, ਆਹ ਪੁਆਇੰਟ ਨੇ, ਇਹਨਾਂ ਨੂੰ ਤੁਸੀਂ ਐਕਸਪਲੇਨ ਵੀ ਕਰ ਦਿਓ ਦੋ ਲਾਈਨਾਂ ਦੇ ਵਿੱਚ। ਠੀਕ ਹੈ ਜੀ, ਮੈਂ ਸਿੰਪਲ ਦੇ ਵਿੱਚ ਤੁਹਾਨੂੰ ਪੁਆਇੰਟ ਦੱਸੇ ਆ। ਅੱਗੇ ਹੈ ਵਿਦਿਆਰਥੀਆਂ ਵਿੱਚ ਵਾਤਾਵਰਣ ਸਿੱਖਿਆ ਅਤੇ ਜਾਗਰੂਕਤਾ ਕਿਵੇਂ ਪੈਦਾ ਕੀਤੀ ਜਾ ਸਕਦੀ ਹੈ। ਤਾਂ ਦੋਸਤੋ ਇਹਦਾ ਆਂਸਰ ਪ੍ਰੋਪਰ ਆ ਦੇਖੋ, ਇਹ ਵਾਲਾ ਪ੍ਰੋਪਰ ਆਂਸਰ ਤਾਂ ਨਹੀਂ, ਇਹ ਮੈਨੂੰ ਲੱਭਿਆ ਵਾ ਥੋੜ੍ਹਾ ਬਹੁਤ। ਦੇਖੋ ਵਾਤਾਵਰਣ ਸੰਬੰਧੀ ਸਿੱਖਿਆ ਅਤੇ ਜਾਗਰੂਕਤਾ ਉન્નਤ ਕਰਨਾ। ਠੀਕ ਹੈ ਜੀ, ਤਾਂ ਇਹ ਪੁਆਇੰਟ ਆ, ਤੁਸੀਂ ਇਸ ਨੂੰ ਰੀਡ ਕਰ ਲਓ। ਵਾਤਾਵਰਣ ਸੰਬੰਧੀ ਜਾਗਰੂਕਤਾ ਪੈਦਾ ਕਰਨ ਦੇ ਲਈ ਸਿੱਖਿਆ ਪ੍ਰਣਾਲੀ ਅਤੇ ਜਨਤਕ ਸਾਧਨਾਂ ਰਾਹੀਂ ਲੋਕਾਂ ਵਿੱਚ ਜਾਂ ਫਿਰ ਵਿਦਿਆਰਥੀਆਂ ਵਿੱਚ ਪ੍ਰਿਥਵੀ ਨਾਲ ਸਾਂਝ ਬਚਪਨ ਤੋਂ ਹੀ ਵਿਕਸਿਤ ਕਰਨ ਦੀ ਜ਼ਰੂਰਤ ਹੈ। ਇਸ ਸਾਂਝ ਪ੍ਰਿਥਵੀ ਸੋਚ ਪ੍ਰਕਿਰਿਆ ਆਖਿਆ ਜਾਂਦਾ ਹੈ। ਕੁਦਰਤੀ ਸਾਧਨਾਂ ਦੇ ਸੰਬੰਧ ਵਿੱਚ ਟਿਕਾਊ ਵਿਕਾਸ 3R ਪਹੁੰਚ ਦਾ ਸੁਝਾਅ ਦਿੰਦਾ ਹੈ, ਜਿਹੜਾ ਕਿ ਹੇਠ ਲਿਖੇ ਅਨੁਸਾਰ ਹੈ। ਪਦਾਰਥੀ ਬਾਲਣ, ਖਣਿਜਾਂ ਅਤੇ ਪਾਣੀ ਆਦਿ ਵਰਗੇ ਕੁਦਰਤੀ ਸਾਧਨਾਂ ਦੀ ਅਧਿਕ ਵਰਤੋਂ 'ਤੇ ਰੋਕ ਲਗਾ ਕੇ ਸਾਰੇ ਕੁਦਰਤੀ ਸਾਧਨਾਂ 'ਤੇ ਪੈਂਦੇ ਦਬਾਅ ਨੂੰ ਘਟਾਉਣ ਦੇ ਲਈ ਜਿਹੜਾ ਹੈਗਾ ਵਾ ਪਦਾਰਥ ਦੇ ਪੁਨਰ ਚੱਕਰ ਨੂੰ, ਇਹਨਾਂ ਗਤੀਵਿਧੀਆਂ ਨੂੰ ਅਪਣਾ ਕੇ ਟਿਕਾਊ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ। ਠੀਕ ਹੈ ਜੀ, ਤਾਂ ਇਹਦਾ ਆਂਸਰ ਤੁਸੀਂ ਇਸ ਪ੍ਰਕਾਰ ਕੁਛ ਲਿਖ ਸਕਦੇ ਹੋ। ਬਾਕੀ ਦੋਸਤੋ ਇੱਕ ਹੋਰ ਵੀ ਅਸੀਂ ਲੱਭਿਆ ਹੈ, ਦੇਖੋ ਵਾਤਾਵਰਣ ਪ੍ਰਤੀ ਜਿਹੜਾ ਹੈਗਾ ਜਨਤਕ ਸੁਚੇਤਨਾ ਪੈਦਾ ਕਰਨ ਵਿੱਚ ਸਿੱਖਿਆ ਆਪਣਾ ਯੋਗਦਾਨ ਕਿਵੇਂ ਪਾ ਸਕਦਾ ਹੈ। ਠੀਕ ਹੈ ਜੀ, ਤਾਂ ਇਹ ਆਂਸਰ ਵੀ ਤੁਸੀਂ ਲਿਖ ਸਕਦੇ ਹੋ, ਮਿਲਦਾ ਜੁਲਦਾ ਹੀ ਆ ਥੋੜ੍ਹਾ ਜਿਹਾ, ਤੁਸੀਂ ਇਸ ਨੂੰ ਵੀ ਰੀਡ ਕਰ ਸਕਦੇ ਹੋ। ਇਹਦਾ ਉੱਤਰ ਆ ਦੇਖੋ ਲਿਖਿਆ ਹੋਇਆ ਵਾ। ਠੀਕ ਹੈ ਜੀ, ਚੰਗੀ ਤਰ੍ਹਾਂ ਇਸ ਨੂੰ ਤੁਸੀਂ ਪੜ੍ਹ ਲਓ। ਠੀਕ ਹੈ ਜੀ, ਤਾਂ ਤੁਹਾਡਾ ਆਂਸਰ ਇਹ ਹੋ ਜਾਏਗਾ। ਇੱਕ ਵਾਰੀ ਵੱਡਾ ਕਰਕੇ ਦਿਖਾ ਦਿੰਦਾ। ਠੀਕ ਹੈ ਜੀ, ਸਭ ਤੋਂ ਪਹਿਲਾ ਪੁਆਇੰਟ ਇਹ ਹੋ ਜਾਏਗਾ ਤੁਹਾਡਾ। ਠੀਕ ਹੈ ਜੀ, ਤੇ ਦੂਸਰਾ ਤੁਹਾਡਾ ਇਹ ਹੋ ਜਾਏਗਾ, ਕਿਉਂਕਿ ਲੌਂਗ ਪ੍ਰਸ਼ਨ ਹੈ ਨਾ, ਤਾਂ ਕਰਕੇ ਦੋਸਤੋ ਮੈਂ ਇੱਥੇ ਐਵੇਂ ਦਿਖਾਇਆ ਤੁਹਾਨੂੰ। ਅੱਗੇ ਟਿਕਾਊ ਖੇਤੀ ਕੀ ਹੈ, ਇਸ ਦੀ ਕੀ ਜ਼ਰੂਰਤ ਹੈ, ਆਰਗੈਨਿਕ ਖੇਤੀ ਤੋਂ ਇਹ ਕਿਵੇਂ ਭਿੰਨ ਹੈ। ਠੀਕ ਹੈ ਜੀ, ਤਾਂ ਸਭ ਤੋਂ ਪਹਿਲਾਂ ਤੁਸੀਂ ਆਹ ਦੇਖ ਲਓ ਟਿਕਾਊ ਖੇਤੀ ਕੀ ਹੈ। ਠੀਕ ਹੈ, ਟਿਕਾਊ ਖੇਤੀਬਾੜੀ ਦੀ ਪਰਿਭਾਸ਼ਾ। ਠੀਕ ਹੈ, ਤਾਂ ਇਹਦਾ ਆਂਸਰ ਤੁਸੀਂ ਆਹ ਪਹਿਲਾਂ ਪੜ੍ਹ ਸਕਦੇ ਹੋ। ਠੀਕ ਹੈ ਜੀ, ਤਾਂ ਇਹਦਾ ਜਿਵੇਂ ਕਿ ਟਿਕਾਊ ਖੇਤੀ ਕੀ ਹੈ, ਪ੍ਰਸਥਿਤਿਕ ਤੌਰ 'ਤੇ ਦੋਸਤੋ ਸਿਹਤਮੰਦ, ਆਰਥਿਕ ਪੱਖੋਂ ਜਿਹੜਾ ਹੈਗਾ ਵਾ ਪਲਰਨਯੋਗ ਅਤੇ ਸਮਾਜਿਕ ਤੌਰ 'ਤੇ ਠੀਕ, ਸੱਭਿਆਚਾਰਕ ਪੱਖ ਤੋਂ ਢੁਕਵੀਂ ਅਤੇ ਵਿਗਿਆਨਿਕ ਪਹੁੰਚ 'ਤੇ ਠੀਕ ਉਤਰਨ ਵਾਲੀ ਖੇਤੀਬਾੜੀ ਨੂੰ ਕਾਇਮ ਰਹਿਣਯੋਗ ਜਾਂ ਫਿਰ ਚੱਲਣਯੋਗ ਖੇਤੀਬਾੜੀ ਆਖਦੇ ਹਨ, ਜਾਂ ਫਿਰ ਟਿਕਾਊ ਖੇਤੀਬਾੜੀ ਉਸ ਨੂੰ
ਆਖਦੇ ਹੋਣਗੇ। ਤਾਂ ਅੱਗੇ ਦੋਸਤੋ ਇਹਨਾਂ ਨੇ ਇੱਥੇ ਪ੍ਰੋਪਰ ਮੀਨਿੰਗ ਦਿੱਤਾ ਹੋਇਆ ਵਾ ਟਿਕਾਊ ਖੇਤੀਬਾੜੀ ਦਾ। ਦੇਖੋ, ਮਾਨਵਤਾ ਦੀਆਂ ਬਦਲ ਰਹੀਆਂ ਜ਼ਰੂਰਤਾਂ ਵਾਤਾਵਰਣ ਦੀ ਉન્નਤੀ ਨੂੰ ਕਾਇਮ ਰੱਖਣ ਅਤੇ ਉਹਨਾਂ ਉੱਨਤ ਦੇ ਸਮੇਤ ਕੁਦਰਤੀ ਸਾਧਨਾਂ ਦੀ ਜਿਹੜੀ ਹੈਗੀ ਆ ਸੁਰੱਖਿਆ ਅਤੇ ਸਾਂਭ ਸੰਭਾਲ ਨੂੰ ਜਿਹੜਾ ਹੈਗਾ ਵਾ ਟਿਕਾਊ ਖੇਤੀਬਾੜੀ ਕਹਿੰਦੇ ਹਨ। ਠੀਕ ਹੈ ਜੀ। ਤੇ ਹੁਣ ਇਹਦੀ ਜ਼ਰੂਰਤ ਕਿਉਂ ਆ? ਠੀਕ ਹੈ ਜੀ। ਤਾਂ ਦੇਖ ਲਓ, ਆਹੀ ਹੈ ਨਾ, ਖੇਤੀ ਦੀ ਜ਼ਰੂਰਤ ਕਿਉਂ ਆ, ਆਹੀ ਆਪਾਂ ਨੂੰ ਕੁਐਸਚਨ ਦੇ ਵਿੱਚ ਪੁੱਛਿਆ ਹੋਇਆ ਸੀਗਾ। ਆ ਦੇਖੋ, ਜ਼ਰੂਰਤ, ਇਸ ਦੀ ਜ਼ਰੂਰਤ। ਤਾਂ ਤੁਸੀਂ ਇਸ ਨੂੰ ਰੀਡ ਕਰ ਲਓ, ਇਹਦੀ ਜ਼ਰੂਰਤ ਇਹ ਲਿਖੀ ਹੋਈ ਆ। ਠੀਕ ਹੈ, ਤਾਂ ਤੁਸੀਂ ਇਸ ਨੂੰ ਰੀਡ ਕਰ ਲਓ, ਇਹਦੀ ਜ਼ਰੂਰਤ ਇਹ ਲਿਖੀ ਹੋਈ ਹੈ, ਕਿਉਂਕਿ ਵੀਡੀਓ ਕਾਫੀ ਲੰਬੀ ਹੋ ਜਾਏਗੀ। ਤੁਸੀਂ ਖੁਦ ਇਸ ਨੂੰ ਰੀਡ ਕਰ ਲਓ, ਮੈਂ ਤੁਹਾਨੂੰ ਦਿਖਾ ਰਿਹਾ, ਮੈਂ ਇਸ ਨੂੰ ਰੀਡ ਕਰ ਲਓ, ਜ਼ਰੂਰਤ ਕਿਉਂ ਆ। ਬਾਕੀ ਇਹਦੇ ਪੁਆਇੰਟਸ ਥੋੜ੍ਹੇ ਜਿਹੇ ਹੋਰ ਇੱਥੇ ਲਿਖੇ ਵੀ ਹੋਏ ਨੇ, ਤਾਂ ਤੁਸੀਂ ਇਸ ਨੂੰ ਵੀ ਰੀਡ ਕਰ ਲਓ। ਤੇ ਉਸ ਤੋਂ ਬਾਅਦ ਦੋਸਤੋ ਤੁਸੀਂ ਇਸ ਨੂੰ ਰੀਡ ਕਰ ਲਿਆ ਹੋਣਾ। ਤੇ ਅਗਲਾ ਦੋਸਤੋ, ਇਹਦੇ ਪ੍ਰਸ਼ਨ ਦੇ ਨਾਲ ਹੀ ਤੁਹਾਨੂੰ ਕੁਛ ਹੋਰ ਚੀਜ਼ ਵੀ ਪੁੱਛੀ ਹੋਈ ਸੀ, ਇਹ ਆਰਗੈਨਿਕ ਖੇਤੀ ਤੋਂ ਕਿਵੇਂ ਭਿੰਨ ਹੈ। ਠੀਕ ਹੈ ਜੀ। ਜਿਹੜੀ ਆਪਣੀ ਟਿਕਾਊ ਖੇਤੀ ਆ, ਆ ਦੇਖ ਲਓ, ਯਾਨੀ ਕਿ ਆਰਗੈਨਿਕ ਜਿਹੜੀ ਖੇਤੀ ਆ ਜਾਂ ਫਿਰ ਕਿਸਾਨੀ ਆ ਜਾਂ ਫਿਰ ਫਾਰਮਿੰਗ ਆ, ਉਹ ਜਿਹੜਾ ਹੈਗਾ ਵਾ ਟਿਕਾਊ ਜ਼ਰਾਇਤ ਤੋਂ ਕਿਵੇਂ ਭਿੰਨ ਹੈ, ਜਾਂ ਫਿਰ ਟਿਕਾਊ ਜਿਹੜੀ ਹੈਗੀ ਹੈ ਖੇਤੀ ਤੋਂ ਕਿਵੇਂ ਭਿੰਨ ਹੈ। ਆਹੀ ਬਣਦਾ ਵਾ ਪ੍ਰਸ਼ਨ ਤੁਹਾਡਾ। ਇਹਨਾਂ ਨੇ ਬਸ ਥੋੜ੍ਹੇ ਥੋੜ੍ਹੇ ਵਰਡ ਬਦਲ ਦਿੱਤੇ। ਠੀਕ ਹੈ ਜੀ। ਤਾਂ ਗੱਲ ਇੱਕ ਹੀ ਹੈ, ਤੁਸੀਂ ਆਨਸਰ ਇਸ ਤਰ੍ਹਾਂ ਹੀ ਲਿਖਣਾ ਵਾ। ਇਸ ਨੂੰ ਵੀ ਤੁਸੀਂ ਪੜ੍ਹ ਲਓ। ਠੀਕ ਹੈ, ਸਕਰੀਨ ਮੈਂ ਚੱਕ ਦੇਣਾ, ਕਰ ਦੇਣਾ ਉੱਪਰ। ਤਾਂ ਦੋਸਤੋ ਤੁਸੀਂ ਕਰ ਲਿਆ। ਠੀਕ ਹੈ ਜੀ। ਤੇ ਹੁਣ ਅਗਲਾ ਆਪਣਾ ਪ੍ਰਸ਼ਨ ਕੀ ਹੈ ਕਿ ਨਸ਼ੇ ਦੀ ਵਰਤੋਂ ਨਾਲ ਪੈਣ ਵਾਲੇ ਸਮਾਜਿਕ ਪ੍ਰਭਾਵਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਠੀਕ ਹੈ ਜੀ। ਤਾਂ ਦੇਖੋ, ਆਹ ਸਾਨੂੰ ਆਨਸਰ ਲੱਭਿਆ, ਨਸ਼ੇ ਦੀ ਵਰਤੋਂ ਨਾਲ ਪੈਣ ਵਾਲੇ ਸਮਾਜਿਕ ਪ੍ਰਭਾਵ ਲਿਖੋ। ਠੀਕ ਹੈ ਜੀ। ਤਾਂ ਸਾਨੂੰ ਇਹ ਲੱਭਿਆ ਵਾ, ਤੁਸੀਂ ਇਸ ਨੂੰ ਰੀਡ ਕਰ ਸਕਦੇ ਹੋ। ਠੀਕ ਹੈ, ਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਉਹ ਵੀ ਤੁਹਾਨੂੰ ਦਿਖਾ ਦਿੰਦੇ ਹਾਂ, ਰੁਕੋ। ਤਾਂ ਆਹ ਦੇਖੋ ਦੋਸਤੋ, ਨਸ਼ਿਆਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ, ਤੁਸੀਂ ਇਸ ਨੂੰ ਵੀ ਰੀਡ ਕਰ ਸਕਦੇ ਹੋ। ਵਿਦਿਆਰਥੀਆਂ ਨੂੰ ਆਪਣੇ ਨਸ਼ੀਲੀ ਵਸਤੂਆਂ ਤੋਂ ਜਾਣੂ ਕਰਵਾਉਣਾ ਚਾਹੀਦਾ, ਜਿਸ ਨਾਲ ਉਹ ਨਸ਼ੀਲੀਆਂ ਵਸਤੂਆਂ ਤੋਂ ਦੂਰ ਰਹਿ ਸਕਣਗੇ ਅਤੇ ਚੰਗੇ ਦੇਸੀ ਵਾਸੀ ਬਣ ਸਕਣਗੇ। ਵਿਦਿਆਰਥੀਆਂ ਨੂੰ ਚਾਹੇ ਕਿਸੇ ਉਮਰ ਦੇ ਹੋਣ, ਉਹਨਾਂ ਨੂੰ ਭੈੜੇ ਨਸ਼ਿਆਂ ਵੱਲ ਝੁਕਾ ਨਹੀਂ ਰੱਖਣਾ ਚਾਹੀਦਾ ਹੈ, ਸਗੋਂ ਇਹਨਾਂ ਭੈੜੀਆਂ ਵਸਤੂਆਂ ਤੋਂ ਦੂਰ ਬਣਾਈ ਰੱਖਣਾ ਚਾਹੀਦਾ ਹੈ। ਮਾਂ-ਬਾਪ ਅਤੇ ਅਧਿਆਪਕਾਂ ਨੂੰ ਨਸ਼ਿਆਂ ਦੀ ਲੱਤ ਤੋਂ ਬਚਾਉਣ ਲਈ ਚੰਗੀਆਂ ਕਿਤਾਬਾਂ ਪੜ੍ਹਨ ਦੀ ਪ੍ਰੇਰਣਾ ਦੇਣੀ ਚਾਹੀਦੀ ਹੈ। ਇਸ ਤੋਂ ਇਲਾਵਾ ਬੱਚਿਆਂ ਨੂੰ ਕਸਰਤਾਂ ਅਤੇ ਖੇਡਾਂ ਅਤੇ ਨਾਚ ਅਤੇ ਜਿਹੜਾ ਹੈਗਾ ਵਾ ਭੰਗੜਾ ਆਦਿ ਕਰਵਾਉਣੇ ਚਾਹੀਦੇ ਹਨ। ਇਹਨਾਂ ਤੋਂ ਨਸ਼ਿਆਂ ਤੋਂ ਬਚਿਆ ਜਾ ਸਕਦਾ। ਬਾਕੀ ਦੋਸਤੋ, ਸਮਾਜਿਕ ਪ੍ਰਭਾਵ ਇਹ ਹੁੰਦੇ ਆ, ਜਿਵੇਂ ਕਿ ਤੁਹਾਨੂੰ ਮੈਂ ਪੁਆਇੰਟ ਪਹਿਲਾਂ ਵੀ ਦੱਸ ਚੁੱਕਿਆ ਮੈਂ ਕਿ ਸਮਾਜਿਕ ਪ੍ਰਭਾਵ, ਨਸ਼ਿਆਂ ਦੀ ਵਰਤੋਂ ਨਾਲ ਸਮਾਜਿਕ ਪ੍ਰਭਾਵ ਕਿਹੜੇ-ਕਿਹੜੇ ਪੈਂਦੇ ਆ। ਠੀਕ ਹੈ, ਤਾਂ ਤੁਹਾਡਾ ਆਨਸਰ ਇਹ ਵੀ ਲਿਖ ਦੇਣਾ ਵਾ ਮਿਲਾ ਜੁਲਾ ਕੇ, ਕਿਉਂਕਿ ਇੱਥੇ ਸਮਾਜਿਕ ਬਾਰੇ ਹੀ ਪੁੱਛਿਆ ਹੋਇਆ ਸੀਗਾ। ਠੀਕ ਹੈ ਜੀ। ਤਾਂ ਇਹ ਤੁਹਾਡਾ ਦੋਸਤੋ ਫੁੱਲ ਫਲੈਜ ਆਨਸਰ ਅਸੀਂ ਸੋਲਵ ਕਰ ਲਿਆ ਵਾ, ਜੋ ਕਿ ਪੂਰਾ ਦਾ ਪੂਰਾ ਪੇਪਰ ਅਸੀਂ ਸੋਲਵ ਕਰ ਲਿਆ। ਆਲ ਦਾ ਬੈਸਟ ਤੁਹਾਡੇ ਐਗਜ਼ਾਮ ਦੇ ਲਈ। EVS ਦਾ ਪੇਪਰ ਸੀਗਾ ਤੁਹਾਡਾ। ਠੀਕ ਹੈ, ਆਲ ਦਾ ਬੈਸਟ।